ਹੈਲੋ एवरीवन। ਪ੍ਰੀਵੀਅਸ ਲੈਕਚਰਸ ਦੇ ਵਿੱਚ ਅਸੀਂ ਬੱਚੇ ਪੜ੍ਹਿਆ ਸੀਗਾ ਸੀਕੁਐਂਸ ਕੀ ਹੁੰਦਾ, ਬਾਉਂਡਡ ਸੀਕੁਐਂਸ ਕੀ ਹੁੰਦਾ, ਬਾਉਂਡਡ ਅਬਵ ਕੀ ਹੁੰਦਾ, ਬਾਉਂਡਡ ਬਿਲੋ ਕੀ ਹੁੰਦਾ ਵਿਦ ਦ ਹੈਲਪ ਆਫ ਐਗਜ਼ਾਮਪਲ। ਅੱਜ ਅਸੀਂ ਇਸ ਲੈਕਚਰ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਪੜ੍ਹਾਂਗੇ ਅਨਬਾਊਂਡਡ ਸੀਕੁਐਂਸ ਕੀ ਹੁੰਦਾ, ਸੁਪਰੀਮਮ ਜਾਂ ਇਨਫੀਮਮ ਆਫ ਐਨੀ ਸੀਕੁਐਂਸ ਜਾਂ ਐਨੀ ਸੈਟ ਸਾਡੇ ਕੋਲ ਕੀ ਹੁੰਦੀ ਆ। ਫਿਰ ਉਸ ਤੋਂ ਬਾਅਦ ਕਨਵਰਜੈਂਟ ਸੀਕੁਐਂਸ, ਡਾਈਵਰਜੈਂਟ ਸੀਕੁਐਂਸ, ਔਸੀਲੇਟਰੀ ਸੀਕੁਐਂਸ ਐਂਡ ਕੁਛ ਥਿਓਰਮਸ ਕਨਵਰਜੈਂਟ ਸੀਕੁਐਂਸ ਦੀਆਂ ਨਾਲ ਦੀਆਂ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਬੱਚੇ ਅਨਬਾਊਂਡਡ ਸੀਕੁਐਂਸ। ਕੱਲ੍ਹ ਦੇਖੋ ਅਸੀਂ ਕੀਤਾ ਸੀ ਇਸ ਤੋਂ ਪ੍ਰੀਵੀਅਸ ਲੈਕਚਰ ਦੇ ਵਿੱਚ, ਜੇਕਰ ਨਹੀਂ ਕਿਸੇ ਨੇ ਦੇਖਿਆ ਬੱਚੇ ਸੀਕੁਐਂਸ ਦੀ ਡੈਫੀਨੇਸ਼ਨ ਉਹਨੂੰ ਦੇਖ ਕੇ ਕਲੀਅਰ ਕਰ ਸਕਦਾ। ਕਹਿੰਦੇ ਕੀ ਹੁੰਦਾ ਸਾਡੇ ਕੋਲ ਬਾਉਂਡਡ ਸੀਕੁਐਂਸ, ਸਾਡੇ ਬਾਉਂਡਡ ਸੀਕੁਐਂਸ ਕੋਈ ਵੀ ਸੀਕੁਐਂਸ ਜਿਹਦੇ ਲਈ ਕੋਈ ਲੋਅਰ ਅਤੇ ਕੋਈ ਅਪਰ ਬਾਊਂਡ ਸਾਡੇ ਕੋਲ ਐਗਜ਼ਿਸਟ ਕਰਦੀ ਹੋਵੇ। ਲੋਅਰ ਅਤੇ ਅਪਰ ਬਾਊਂਡ ਇਨ ਦਾ ਸੈਂਸ ਬੱਚੇ ਮੰਨ ਲਓ ਤੁਸੀਂ ਇੱਕ ਸੀਕੁਐਂਸ ਲਿਆ ਸੀਗਾ SN, ਜਿਹਦੇ ਵਿੱਚ ਅਸੀਂ ਐਲੀਮੈਂਟ ਜਿਹਨੂੰ ਅਸੀਂ ਕਿਹਾ ਕਿ 1/n। ਹੁਣ ਜੇ 1/n ਆ ਤਾਂ ਇਹਦੇ ਐਲੀਮੈਂਟਸ ਕੀ ਹੋਣਗੇ, ਸਾਡੇ ਕੋਲ 1 ਹੋਏਗਾ, n ਨੂੰ ਅਸੀਂ ਵੇਰੀ ਕਰਨਾ 1/2, 1/3, 1/4 ਅਪ ਟੂ ਸੋ 1 ਜਿੱਥੇ ਤੱਕ ਵੇਰੀ ਕਰਾ ਸਕਦੇ ਬੱਚੇ, ਇਨਫਿਨਿਟੀ ਤੱਕ ਕਰਾਇਆ 1/∞ ਇਕੁਅਲ ਟੂ 0। ਕੁਛ ਇਸ ਤਰ੍ਹਾਂ ਦਾ ਸਾਡੇ ਕੋਲ ਆਂਸਰ ਆਏਗਾ। ਹੁਣ ਜੇ ਇਸ ਸੀਕੁਐਂਸ ਨੂੰ ਦੇਖੀਏ ਬੱਚੇ, ਕਹਿੰਦੇ ਇਸ ਸੀਕੁਐਂਸ ਦੇ ਵਿੱਚ ਜੋ ਵੀ ਵੈਲਿਊਜ਼ ਨੇ, ਕੀ ਅਸੀਂ ਉਸ ਸਾਰੀਆਂ ਵੈਲਿਊਜ਼ ਨੂੰ ਕਿਸੇ ਇੱਕ ਕੌਨਸਟੈਂਟ ਤੋਂ ਛੋਟਾ ਜਾਂ ਇੱਕ ਕੌਨਸਟੈਂਟ ਤੋਂ ਵੱਡਾ ਮੰਨ ਸਕਦੇ ਹਾਂ। ਦੇਖੋ ਪਹਿਲਾਂ ਸੀਗਾ 1, ਫਿਰ ਉਸ ਤੋਂ ਬਾਅਦ 1/2, 1/3, 1/4, ਇਹਦੀ ਵੈਲਿਊ 0.5, ਇਹਦੀ ਵੈਲਿਊ ਵਿੱਚ 0.3, ਇਹਦੀ ਵੈਲਿਊ 0.25। ਦੇਖੋਗੇ ਤਾਂ ਫੰਕਸ਼ਨ ਡਿਕਰੀਜ਼ਿੰਗ ਫਾਰਮ 'ਚ, ਇਸ ਦਾ ਮਤਲਬ ਡਿਕਰੀਜ਼ ਹੁੰਦਾ ਜਾ ਰਿਹਾ। ਸਭ ਤੋਂ ਹਾਈਐਸਟ ਵੈਲਿਊ ਬਟ ਫਿਰ ਸਾਡੇ ਕੋਲ ਕੀ ਸੀ 1। ਇਸ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਬੱਚੇ ਇਸ ਸੀਕੁਐਂਸ ਦੇ ਵਿੱਚ ਜਿੰਨੀਆਂ ਵੈਲਿਊਜ਼ ਨੇ ਉਹ ਜਾਂ ਤਾਂ 1 ਦੇ ਇਕੁਅਲ ਨੇ ਜਾਂ ਫਿਰ ਸਾਡੇ ਕੋਲ 1 ਤੋਂ ਕੀ ਨੇ ਲੈਸ ਨੇ, ਕਿਉਂਕਿ ਪਹਿਲੀ ਵੈਲਿਊ 1 ਦੇ ਇਕੁਅਲ ਆ, ਉਸ ਤੋਂ ਬਿਨਾਂ ਜਿਹੜੀਆਂ ਵੀ ਵੈਲਿਊਜ਼ ਨੇ ਉਹ ਸਾਡੇ ਕੋਲ 1 ਤੋਂ ਲੈਸ ਨੇ। ਫਿਰ ਅੱਗੇ ਗਏ ਬੱਚੇ, ਕਹਿੰਦਾ ਜੇ ਅਸੀਂ n ਨੂੰ ਹਾਈਐਸਟ ਪੁਆਇੰਟ ਇਨਫਿਨਿਟੀ ਪੁੱਟ ਕੀਤਾ, ਉਸ ਟਾਈਮ ਸਾਨੂੰ 1/∞ ਆਂਸਰ ਕਿੰਨਾ ਮਿਲ ਜਾਏਗਾ, 0 ਮਿਲ ਜਾਏਗਾ। ਇਸ ਦਾ ਮਤਲਬ ਸਾਨੂੰ ਛੋਟੇ ਤੋਂ ਛੋਟਾ ਆਂਸਰ ਬੱਚੇ ਕੀ ਮਿਲ ਰਿਹਾ, 0। ਤਾਂ ਅਸੀਂ ਕਹਿ ਸਕਦੇ ਹਾਂ ਸੀਕੁਐਂਸ ਦੇ ਵਿੱਚ ਜੋ ਵੀ ਵੈਲਿਊਜ਼ ਨੇ ਉਹ ਜਾਂ ਤਾਂ 0 ਆ ਜਾਂ ਫਿਰ 0 ਤੋਂ ਕੀ ਨੇ ਵੱਡੀਆਂ ਨੇ। ਜਦੋਂ ਹੁਣ ਦੋ ਇਸ ਤਰ੍ਹਾਂ ਦੇ ਨੰਬਰ ਐਗਜ਼ਿਸਟ ਕਰ ਜਾਣ ਕਿਸੇ ਸੀਕੁਐਂਸ ਦੇ ਲਈ, ਤਾਂ ਉਹ ਸੀਕੁਐਂਸ ਸਾਡੇ ਕੋਲ ਕੀ ਹੋ ਜਾਂਦਾ, ਬਾਉਂਡਡ ਸੀਕੁਐਂਸ। ਤਾਂ ਫਿਰ ਬੱਚੇ ਅਨਬਾਊਂਡਡ ਕੀ ਹੋਏਗਾ, ਅਨਬਾਊਂਡਡ ਸੀਕੁਐਂਸ ਜਿਹਦੇ ਵਿੱਚ ਆਹ ਕੰਡੀਸ਼ਨ ਹੋਲਡ ਨਾ ਕਰਦੀ ਹੋਵੇ। ਇਸ ਦਾ ਮਤਲਬ ਕੋਈ ਇਹਨੂੰ ਸਮਾਲ m ਅਤੇ ਕੋਈ ਕੈਪੀਟਲ M ਨਾ ਮਿਲੇ, ਜਿਹਦੇ ਵਿੱਚ ਇਹ ਵੈਲਿਊ ਸਾਡੇ ਕੋਲ ਕੀ ਹੋਣ, ਲਾਈ ਕਰਦੀਆਂ ਹੋਣ। ਫੋਰ ਐਗਜ਼ਾਮਪਲ ਬੱਚੇ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਇੱਕ ਅਸੀਂ ਸੀਕੁਐਂਸ ਲਿਆ, ਕਹਿੰਦੇ ਸੀਕੁਐਂਸ ਦੇ ਵਿੱਚ ਅਸੀਂ ਨੇ ਮੰਨ ਲਓ ਸਪੋਜ਼ ਕੀਤਾ ਕਿ SN ਸਾਡੇ ਕੋਲ ਕੀ ਆ, n ਦੀ ਸਕੇਅਰ, n ਦੀ ਸਕੇਅਰ ਆ ਬੱਚੇ। ਇਹਦਾ ਮਤਲਬ ਜੇ n ਦੀ ਸਕੇਅਰ ਆ ਤਾਂ ਅਸੀਂ n ਦੀ ਵੈਲਿਊ ਜੇ ਸਬਸਟੀਟਿਊਟ ਕਰਾਂਗੇ ਤਾਂ ਸੀਕੁਐਂਸ ਕਿਸੇ ਤਰ੍ਹਾਂ ਦਾ ਬਣੇਗਾ, 1 ਦੀ ਸਕੇਅਰ, 2 ਦੀ ਸਕੇਅਰ, 3 ਦੀ ਸਕੇਅਰ, 4 ਦੀ ਸਕੇਅਰ, 5 ਦੀ ਸਕੇਅਰ ਅਪ ਟੂ ਸੋ 1। ਹੁਣ ਜੇ ਬੱਚੇ ਇਸ ਤਰ੍ਹਾਂ ਅਸੀਂ ਕਰਦੇ ਜਾਵਾਂਗੇ, n ਨੂੰ ਇਨਫਿਨਿਟੀ ਪੁੱਟ ਕਰ ਲਓ, ਆਂਸਰ ਕੀ ਆਏਗਾ, ਇਨਫਿਨਿਟੀ ਆਏਗਾ। ਇਸ ਦਾ ਮਤਲਬ ਬੱਚੇ ਇਹਦੀ ਕੋਈ ਵੀ ਅਪਰ ਬਾਊਂਡ ਨਹੀਂ ਹੈਗੀ। ਅਪਰ ਬਾਊਂਡ ਮਤਲਬ ਕੋਈ ਇਹਦੀ ਇਹੋ ਜਿਹੀ ਕੋਈ ਜਿਹੜੀ ਸੀਕੁਐਂਸ ਦੀ ਕੋਈ ਵੈਲਿਊਜ਼ ਇੱਕ ਕੌਨਸਟੈਂਟ ਤੋਂ ਛੋਟੀਆਂ ਨਹੀਂ ਹੈਗੀਆਂ, ਕਿਉਂਕਿ ਕਿੱਥੇ ਤੱਕ ਜਾ ਰਹੇ ਇਨਫਿਨਿਟੀ ਤੱਕ। ਬਟ ਜੇ ਬੱਚੇ ਅਸੀਂ ਇਹਦੀ ਇਨਫੀਮਮ ਸਭ ਤੋਂ ਲੀਸਟ ਵੈਲਿਊ ਦੀ ਗੱਲ ਕਰੀਏ ਕਿ ਇਹਦੀ ਲੋਅਰ ਬਾਊਂਡ ਹੈਗੀ ਹੈ ਸਾਡੇ ਕੋਲ, ਤਾਂ ਦੇਖੋਗੇ ਕਿ ਪਹਿਲਾਂ ਸਟਾਰਟ ਕਿੱਥੋਂ ਹੋਇਆ, 1 ਦੀ ਸਕੇਅਰ, 2 ਦੀ ਸਕੇਅਰ, 3 ਦੀ ਸਕੇਅਰ, 4 ਦੀ ਸਕੇਅਰ, ਇਨਕਰੀਜ਼ਿੰਗ ਫਾਰਮ ਦੇ ਵਿੱਚ ਜਾ ਰਿਹਾ। ਇਨਕਰੀਜ਼ਿੰਗ ਫਾਰਮ ਦੇ ਵਿੱਚ ਇਸ ਦਾ ਮਤਲਬ ਬੱਚੇ ਜੋ ਇਹਦੀ ਸਮੋਲੈਸਟ ਵੈਲਿਊ ਹੋਏਗੀ ਉਹ ਕਿਹਦਾ ਕੰਮ ਕਰੇਗੀ, ਲੋਅਰ ਬਾਊਂਡ ਦਾ। ਤਾਂ ਅਸੀਂ ਕਹਿ ਸਕਦੇ ਹਾਂ ਇਸ ਸੀਕੁਐਂਸ 'ਚ ਜਿੰਨੀਆਂ ਵੈਲਿਊਜ਼ ਨੇ ਉਹ 1 ਦੇ ਜਾਂ ਤਾਂ ਇਕੁਅਲ ਆ ਜਾਂ ਫਿਰ 1 ਤੋਂ ਕੀ ਨੇ ਵੱਡੀਆਂ ਨੇ। ਇਸ ਦਾ ਮਤਲਬ ਬੱਚੇ ਇੱਥੇ ਇਹਦੀ ਲੋਅਰ ਬਾਊਂਡ ਤਾਂ ਹੈ, ਇਹ ਸਾਡੇ ਕੋਲ ਬਾਉਂਡਡ ਬਿਲੋ ਹੈ ਬਟ ਬਾਉਂਡਡ ਅਬਵ ਨਹੀਂ ਹੈਗਾ, ਕਿਉਂਕਿ ਸਾਡੇ ਕੋਲ ਇਹਦੀ ਕੋਈ ਅਪਰ ਬਾਊਂਡ ਐਗਜ਼ਿਸਟ ਨਹੀਂ ਕਰਦੀ। ਬਟ ਬਾਉਂਡਡ ਸੀਕੁਐਂਸ ਜਿਹਦੀ ਅਪਰ ਅਤੇ ਲੋਅਰ ਦੋਨੋਂ ਹੋਣ ਉਹਨੂੰ ਅਸੀਂ ਕੀ ਬੋਲਾਂਗੇ, ਬਾਉਂਡਡ ਬੋਲਾਂਗੇ। ਤਾਂ ਇਹ ਸਾਡੇ ਕੋਲ ਬਾਉਂਡਡ ਸੀਕੁਐਂਸ ਨਹੀਂ ਹੈਗਾ। ਉਸ ਤੋਂ ਬਾਅਦ ਵਿੱਚ ਅਨਬਾਊਂਡਡ ਕੀ ਹੋਏਗਾ, ਕਹਿੰਦੇ ਉਹ ਸੀਕੁਐਂਸ ਜੋ ਬਾਉਂਡਡ ਨਹੀਂ ਹੁੰਦਾ ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ, ਅਨਬਾਊਂਡਡ ਸੀਕੁਐਂਸ ਬੋਲ ਦਿੰਦੇ ਹਾਂ। ਜਿਹੜਾ ਅਪਰ ਜਾਂ ਲੋਅਰ ਨਾ ਹੋਵੇ ਉਹ ਕੀ ਹੋ ਗਿਆ ਸਾਡੇ ਕੋਲ ਅਨਬਾਊਂਡਡ। ਜਿਵੇਂ ਫੋਰ ਐਗਜ਼ਾਮਪਲ ਕੋਈ ਇਹੋ ਜਿਹਾ ਸੀਕੁਐਂਸ ਲੈਣੇ ਵਿੱਚ ਜੋ ਨਾ ਤਾਂ ਬਾਉਂਡਡ ਅਬਵ ਹੋਵੇ ਨਾ ਹੀ ਬਾਉਂਡਡ ਬਿਲੋ ਹੋਵੇ। ਜਿਵੇਂ ਅਸੀਂ ਇੱਕ ਐਗਜ਼ਾਮਪਲ ਲਈ, ਕਹਿੰਦਾ ਮੰਨ ਲਓ ਇੱਕ ਸੀਕੁਐਂਸ ਆ SN ਇਜ਼ ਇਕੁਅਲ ਟੂ -2 ਦੀ ਪਾਵਰ n, -2 ਦੀ ਪਾਵਰ n। ਬੱਚੇ ਹੁਣ ਇਹਨੂੰ ਦੇਖਣਾ ਕਿ ਇਹ ਬਾਉਂਡਡ ਬਿਲੋ ਆ ਜਾਂ ਬਾਉਂਡਡ ਅਬਵ ਆ। -2 ਦੀ ਪਾਵਰ n ਇਸ ਦਾ ਮਤਲਬ ਜੇ n ਨੂੰ ਵਿੱਚ ਇਨਕਰੀਜ਼ ਕਰੀ ਜਾਓਗੇ, ਮੰਨ ਲਓ n ਨੂੰ ਵੇਰੀ ਕੀਤਾ, ਪਹਿਲਾਂ 1 ਪੁੱਟ ਕੀਤਾ, ਇਹਦਾ ਆਂਸਰ ਕਿੰਨਾ ਆ ਗਿਆ 2। ਜੇ ਫਿਰ 2 ਪੁੱਟ ਕੀਤਾ ਤਾਂ -2 ਦੀ ਪਾਵਰ 2, ਫਿਰ ਜੇ 3 ਪੁੱਟ ਕੀਤਾ -2 ਦੀ ਪਾਵਰ 3। ਤਾਂ ਦੇਖੋਗੇ ਬੱਚੇ ਇੱਕ ਆਂਸਰ ਨੈਗੇਟਿਵ, ਫਿਰ ਪੋਜ਼ੀਟਿਵ, ਫਿਰ ਨੈਗੇਟਿਵ, ਨੈਗੇਟਿਵ,
ਪੋਜ਼ੀਟਿਵ ਨੈਗੇਟਿਵ, ਇਸੇ ਤਰ੍ਹਾਂ ਅਲਟਰਨੇਟ ਸਾਈਨ ਹੋਈ ਜਾਣਗੇ। ਤਾਂ ਸਾਨੂੰ ਬੱਚੇ ਨਾ ਤਾਂ ਇਹਦੀ ਇਹ ਪਤਾ ਕਿ ਇਹਦੇ ਵਿੱਚ ਜਿੰਨੀਆਂ ਵੈਲਿਊਜ਼ ਨੇ ਉਹ ਕਿਹੜੀ ਵੈਲਿਊ ਤੋਂ ਵੱਡੀਆਂ ਨੇ, ਜਾਂ ਇਹ ਪਤਾ ਕਿ ਜਿਹੜੀਆਂ ਕਿਹੜੀਆਂ ਵੈਲਿਊਜ਼ ਤੋਂ ਇਹ ਸਾਰੀਆਂ ਵੈਲਿਊ ਵੱਡੀਆਂ ਨੇ, ਕਿਉਂਕਿ ਦੇਖੋਗੇ -2 ਦੀ ਪਾਵਰ ਅੱਗੇ ਵਧੀ ਜਾਊਗੀ ਬੱਚੇ, -8 ਆ ਜਾਊਗਾ, ਛੋਟਾ ਹੁੰਦਾ ਜਾ ਰਿਹਾ, ਅਤੇ ਇਹ ਵੀ -ਇਨਫਿਨਿਟੀ ਨੂੰ ਜਾ ਰਿਹਾ ਇੱਧਰਲੀ ਸਾਈਡ ਵੀ, ਅਤੇ ਇੱਧਰੋਂ ਵੀ ਪਲੱਸ ਇਨਫਿਨਿਟੀ ਵੱਲ ਜਾ ਰਿਹਾ, ਅਤੇ ਇਹਦੀ ਕੋਈ ਅੱਪਰ ਅਤੇ ਲੋਅਰ ਬਾਊਂਡ ਨਹੀਂ ਹੈਗੀ। ਇਸ ਦਾ ਮਤਲਬ ਇਹ ਕੀ ਹੋ ਗਿਆ, ਅਨਬਾਊਂਡਡ ਸੀਕੁਐਂਸ ਹੋ ਗਿਆ। ਆਈ ਹੋਪ ਬੱਚੇ ਬਾਊਂਡਡ ਦੀ ਤੁਹਾਨੂੰ ਡੈਫੀਨੇਸ਼ਨ ਬਿਲਕੁਲ ਕਲੀਅਰ ਹੋ ਗਈ ਹੋਏਗੀ। ਅੱਗੇ ਹੈਗਾ ਸਾਡੇ ਕੋਲ ਕੰਸੈਪਟ ਬੱਚੇ ਲੀਸਟ ਅੱਪਰ ਬਾਊਂਡ ਅਤੇ ਗ੍ਰੇਟੈਸਟ ਲੋਅਰ ਬਾਊਂਡ। LUB ਜਿਹਨੂੰ ਸੁਪਰੀਮਮ ਬੋਲਿਆ ਜਾਂਦਾ ਬੱਚੇ, GLB ਜਿਹਨੂੰ ਇਨਫੀਮਮ ਵੀ ਬੋਲਿਆ ਜਾਂਦਾ, ਲੋਅਰ ਬਾਊਂਡ 'ਚੋਂ ਸਭ ਤੋਂ ਗ੍ਰੇਟੈਸਟ ਵੈਲਿਊ। ਹੁਣ ਕੀ ਕਹਾਂਗੇ ਜੀ, ਫਿਰ ਤੋਂ ਬੱਚੇ ਉਹੀ ਸੀਕੁਐਂਸ ਅਸੀਂ ਜਾਂ ਫਿਰ ਉਹੀ ਵੈਲਿਊਜ਼ ਨੂੰ ਰਿਪੀਟ ਕਰਕੇ ਅਸੀਂ ਸਮਝ ਸਕਦੇ ਹਾਂ, ਜੋ ਵੀ ਸਾਨੂੰ ਈਜ਼ੀ ਹੋ ਜਾਵੇ। ਹੁਣ ਦੇਖੋ ਅਸੀਂ ਕੋਈ ਸੀਕੁਐਂਸ ਲਿਆ ਸੀਗਾ ਬੱਚੇ, ਸੀਕੁਐਂਸ ਮੰਨ ਲਓ ਤੁਸੀਂ ਲਿਆ 1/SN = 1/N, ਇਹੀ ਸੀਕੁਐਂਸ ਇੱਕੋ ਹੀ ਬੱਚੇ ਐਗਜ਼ਾਮਪਲ ਤੋਂ ਅਸੀਂ ਬਹੁਤ ਸਾਰੀਆਂ ਆਪਣੀਆਂ ਡੈਫੀਨੇਸ਼ਨਸ ਨੇ ਜਿਹੜੀਆਂ ਉਹ ਕਲੀਅਰ ਕਰ ਸਕਦੇ ਹਾਂ ਅਤੇ ਕੰਸੈਪਟ ਕਲੀਅਰ ਕਰ ਸਕਦੇ ਹਾਂ। ਹੁਣ ਜੇ ਇਹਨੂੰ ਓਪਨ ਕੀਤਾ ਸੀ ਬੱਚੇ 'ਚ ਐਲੀਮੈਂਟ ਕੀ ਆਇਆ ਸੀ, ਪਹਿਲਾਂ ਸੀਗਾ 1, ਫਿਰ 1/2, 1/3, 1/4, 1/5 ਅਪ ਟੂ ਸੋ ਔਨ। ਹੁਣ ਦੇਖਣਾ ਕੀ ਹੈ ਬੱਚੇ, ਕਹਿੰਦਾ ਇਹਦੀ ਲੀਸਟ ਅੱਪਰ ਬਾਊਂਡ। ਦੇਖੋ ਜੇ ਮੈਂ ਇਹਨੂੰ ਨੰਬਰ ਲਾਈਨ 'ਤੇ ਡਰੋ ਕਰਨਾ ਚਾਹਾਂ, ਆਹ ਮੇਰੇ ਕੋਲ ਕੋਈ 0 ਪਿਆ, ਆਹ ਮੇਰੇ ਕੋਲ 1 ਪਿਆ, ਜੋ ਵੀ ਇਹਦੇ ਆਨਸਰ ਨੇ ਇਹਦੇ ਵਿੱਚ ਕਿਤੇ ਨੇ, ਕੋਈ 1/2, ਕੋਈ 1/3, ਕੋਈ 1/4, ਕੋਈ 1/5 ਅਪ ਟੂ ਸੋ ਔਨ। ਹੁਣ ਜੇ ਮੈਂ ਕਹਾਂ ਕਿ ਇਸ ਸੀਕੁਐਂਸ ਦੀਆਂ ਤੁਸੀਂ ਲੋਅਰ ਬਾਊਂਡ ਦੱਸੋ ਜਾਂ ਅੱਪਰ ਬਾਊਂਡ ਦੱਸੋ, ਬੱਚੇ ਤੁਸੀਂ ਲੋਅਰ ਬਾਊਂਡ ਦਾ ਮਤਲਬ ਕਿ ਛੋਟੀਆਂ ਵੈਲਿਊਜ਼, ਕੋਈ ਇੱਕ ਕੌਨਸਟੈਂਟ ਜੀ ਤੋਂ ਵੈਲਿਊ ਸਾਡੇ ਕੋਲ ਆਹ ਸੀਕੁਐਂਸ ਦੀਆਂ ਵੈਲਿਊਜ਼ ਵੱਡੀਆਂ ਹੋਣ, ਉਹ ਸਾਡੇ ਕੋਲ ਲੋਅਰ ਬਾਊਂਡ ਦਾ। ਇੱਥੇ ਹੁਣ 0 ਤੋਂ ਸਾਰੀਆਂ ਵੈਲਿਊਜ਼ ਵੱਡੀਆਂ ਨੇ ਬੱਚੇ, ਇਸ ਦਾ ਮਤਲਬ 0 ਵੀ ਲੋਅਰ ਬਾਊਂਡ ਦਾ ਕੰਮ ਕਰ ਰਹੀ ਆ। ਇਸ ਤੋਂ ਬਿਨਾਂ ਜੇ ਅਸੀਂ ਨੈਗੇਟਿਵ ਸਾਈਡ 'ਤੇ ਜਾਈਏ ਤਾਂ ਉਹਨਾਂ ਤੋਂ ਵੀ ਤਾਂ ਸੀਕੁਐਂਸ ਦੀਆਂ ਸਾਰੀਆਂ ਵੈਲਿਊਜ਼ ਵੱਡੀਆਂ ਨੇ, ਇਸ ਦਾ ਮਤਲਬ ਉਹ ਸਾਰੀਆਂ ਵੈਲਿਊਜ਼ ਵੀ ਕਿਹਦਾ ਕੰਮ ਕਰ ਰਹੀਆਂ ਨੇ, ਲੋਅਰ ਬਾਊਂਡਸ ਦਾ ਕੰਮ ਕਰ ਰਹੀਆਂ ਨੇ। ਬਟ ਜਿਹੜੀਆਂ ਉਹ ਲੋਅਰ ਬਾਊਂਡਸ ਨੇ ਬੱਚੇ, ਉਹਨਾਂ ਦੇ ਵਿੱਚੋਂ ਸਭ ਤੋਂ ਗ੍ਰੇਟੈਸਟ ਜਿਹੜੀ ਵੀ ਆ, ਜਿਵੇਂ ਹੁਣ ਇੱਥੇ ਜਿੰਨੀਆਂ ਵੀ ਹੋਣਗੀਆਂ -1, -2, -3 ਅਪ ਟੂ ਸੋ ਔਨ, ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਗ੍ਰੇਟੈਸਟ ਕਿਹੜੀ ਆ, 0 ਆ, ਤਾਂ ਇਹਨੂੰ ਅਸੀਂ ਕੀ ਬੋਲਾਂਗੇ, ਇਨਫੀਮਮ ਬੋਲਾਂਗੇ ਬੱਚੇ। ਇਨਫੀਮਮ ਗ੍ਰੇਟੈਸਟ ਲੋਅਰ ਬਾਊਂਡ। ਲੋਅਰ ਬਾਊਂਡ ਜਿੰਨੀਆਂ ਵੀ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਬਾਊਂਡ ਹੋਏਗੀ, ਲੋਅਰ ਬਾਊਂਡ ਹੋਏਗੀ, ਉਹਨੂੰ ਕੀ ਕਹਾਂਗੇ ਅਸੀਂ, ਗ੍ਰੇਟੈਸਟ ਲੋਅਰ ਬਾਊਂਡ। ਇਸੇ ਤਰ੍ਹਾਂ ਸਾਡੇ ਕੋਲ ਜਿਹੜਾ ਲੀਸਟ ਅੱਪਰ ਬਾਊਂਡ ਆ, ਉਹਦਾ ਕੰਸੈਪਟ ਵਿੱਚ ਇੱਧਰਲੀ ਸਾਈਡ ਤੋਂ ਕਹਿੰਦਾ 1 ਤੋਂ ਵੱਡੀਆਂ ਤਾਂ ਬਹੁਤ ਸਾਰੀਆਂ ਵੈਲਿਊਜ਼ ਨੇ, 2, 3, 4, 5, 6 ਅਪ ਟੂ ਸੋ ਔਨ, ਜਿਨ੍ਹਾਂ ਤੋਂ ਆ ਸਾਰੀ ਸੀਕੁਐਂਸ ਦੀਆਂ ਵੈਲਿਊਜ਼ ਵੱਡੀਆਂ ਨੇ। ਬਟ ਅਸੀਂ ਕੀ ਕਿਹਾ ਬੱਚੇ, ਕਹਿੰਦਾ ਉਹਨਾਂ ਸਾਰੀਆਂ ਵੱਡੀਆਂ ਵੈਲਿਊਜ਼ ਦੇ ਵਿੱਚੋਂ ਜੋ ਕੀ ਹੋਏਗੀ ਸਾਡੇ ਕੋਲ ਲੀਸਟ ਹੋਏਗੀ, ਉਹਨੂੰ ਅਸੀਂ ਕੀ ਕਹਾਂਗੇ, ਲੀਸਟ ਅੱਪਰ ਬਾਊਂਡ ਬੋਲਾਂਗੇ। ਇਹ ਸੀਗਾ ਬੱਚੇ ਸਾਡੇ ਕੋਲ, ਜਾਂ ਸੁਪਰੀਮਮ ਬੋਲਾਂਗੇ ਅਸੀਂ, ਸੁਪਰੀਮਮ ਅਤੇ ਇਨਫੀਮਮ ਦੀ ਡੈਫੀਨੇਸ਼ਨ। ਅੱਗੇ ਆਉਂਦਾ ਬੱਚੇ ਕਨਵਰਜੈਂਟ ਸੀਕੁਐਂਸ। ਦੇਖੋ ਹੁਣ ਜਿਹੜੀ ਸੀਰੀਜ਼ ਆ, ਜੋ ਵੀ ਸਾਡਾ ਸੀਕੁਐਂਸ ਚੈਪਟਰ ਆ, ਉਹ ਸਾਰਾ ਹੀ ਇਸ ਦੇ ਆਲੇ ਦੁਆਲੇ ਘੁੰਮਦਾ। ਕੋਈ ਸੀਕੁਐਂਸ ਦਿੱਤਾ ਹੋਏਗਾ, ਪ੍ਰੂਵ ਕਰਨ ਨੂੰ ਕਿਆ ਹੋਏਗਾ ਕਿ ਇਹ ਕਨਵਰਜੈਂਟ ਹੈਗਾ। ਕੋਈ ਸੀਰੀਜ਼ ਦਿੱਤੀ ਹੋਊਗੀ, ਉਹਨੂੰ ਪ੍ਰੂਵ ਕਰਨ ਨੂੰ ਕਿਆ ਹੋਏਗਾ ਕਿ ਇਹ ਕਨਵਰਜੈਂਟ ਹੈਗਾ। ਕੌਸ਼ੀ ਫਸਟ ਥਿਓਰਮ ਔਨ ਲਿਮਿਟ, ਕੌਸ਼ੀ ਸੈਕਿੰਡ ਥਿਓਰਮ ਔਨ ਲਿਮਿਟ, ਸਿਜ਼ੈਰੋਸ ਥਿਓਰਮ, ਸਾਰਾ ਕੁਝ ਕਿਹਦੇ ਲਈ ਘੁੰਮ ਰਿਹਾ ਬੱਚੇ, ਇਸ ਕਨਵਰਜੈਂਟ ਦੇ ਲਈ ਘੁੰਮ ਰਿਹਾ ਕਿ ਕਨਵਰਜੈਂਟ ਦਾ ਮੀਨਿੰਗ ਕੀ ਹੁੰਦਾ, ਕਿਸੇ ਸੀਕੁਐਂਸ ਦੀ ਕਨਵਰਜੈਂਟ ਦਾ ਮੀਨਿੰਗ ਕੀ ਹੁੰਦਾ। ਪਹਿਲਾਂ ਤਾਂ ਅਸੀਂ ਬੱਚੇ ਇਹਨੂੰ ਸਿੰਪਲ ਵੇ ਦੇ ਵਿੱਚ ਸਮਝਦੇ ਹਾਂ, ਜੇ ਅਸੀਂ ਨਾ ਮੈਥਮੈਟੀਕਲ ਫਾਰਮ ਦੇ ਵਿੱਚ ਜਾਈਏ ਕਿ ਕਿਸ ਤਰ੍ਹਾਂ ਉਹਨਾਂ ਨੇ ਲਿਖਿਆ ਹੋਇਆ, ਫਿਰ ਅਸੀਂ ਪੜ੍ਹਾਂਗੇ ਬੱਚੇ ਕਿ ਜਿਹੜਾ ਸਾਈਲਨ ਆ ਉਹ ਡਿਪੈਂਡ ਕਰਦਾ ਜਾਂ ਫਿਰ ਐਮ ਡਿਪੈਂਡ ਕਰਦਾ, ਉਹ ਮੈਥਮੈਟੀਕਲ ਡੈਫੀਨੇਸ਼ਨ ਹੋ ਜਾਏਗੀ, ਉਹ ਵੀ ਰੀਡ ਕਰਾਂਗੇ। ਪਹਿਲਾਂ ਹੈਗਾ ਕਨਵਰਜੈਂਟ ਸੀਕੁਐਂਸ ਦਾ ਮੀਨਿੰਗ ਕੀ ਹੈ ਬੱਚੇ, ਕਨਵਰਜੈਂਟ ਸੀਕੁਐਂਸ ਹੁੰਦਾ ਕੀ ਹੈ ਜਾਂ ਕਿਸ ਤਰ੍ਹਾਂ। ਕਹਿੰਦੇ ਮੰਨ ਲਓ ਬੱਚੇ ਜਿਹੜਾ ਅਸੀਂ ਸੀਕੁਐਂਸ ਦੀ ਗੱਲ ਕਰਦੇ ਹਾਂ, ਕੋਈ ਵੀ ਫੰਕਸ਼ਨ ਦੀ ਹੀ ਗੱਲ ਕਰਦੇ ਹਾਂ ਬੱਚੇ, ਜਿਵੇਂ ਹੁਣ ਉਹੀ ਡਿਫਾਈਨ ਕੀਤਾ, ਕਹਿੰਦੇ ਅਸੀਂ ਨੇ n ਪਾਇਆ ਅਤੇ ਆਨਸਰ ਕੀ ਆਏਗਾ, n ਦੀ ਸਕੇਅਰ ਆਏਗਾ। ਇਸ ਦਾ ਮਤਲਬ ਜੇ 1 ਪਾਓਗੇ ਤਾਂ 1 ਦੀ ਸਕੇਅਰ, 2 ਪਾਓਗੇ ਤਾਂ 2 ਦੀ ਸਕੇਅਰ 4 ਆ ਜਾਏਗਾ, 3 ਪਾਓਗੇ ਤਾਂ 3 ਦੀ ਸਕੇਅਰ 9 ਆ ਜਾਊਗਾ। ਇਸੇ ਤਰ੍ਹਾਂ ਅਸੀਂ ਕਰਦੇ ਜਾਵਾਂਗੇ। ਹੁਣ ਇਹ ਕੀ ਕਹਿੰਦੇ ਆ, ਕਹਿੰਦੇ ਜਦੋਂ ਜਿਵੇਂ ਤੁਸੀਂ ਇਨਪੁਟ ਆ ਜਿਹੜੀ ਚੇਂਜ ਕਰਦੇ ਜਾ ਰਹੇ ਹੋ, ਮਤਲਬ ਇੱਥੋਂ ਹੀ ਵੈਲਿਊ ਦੇਣੇ ਵਜੇ, ਮੰਨ ਲਓ ਗ੍ਰਾਫ ਆ ਸਾਡਾ, ਇੱਥੇ ਹੀ ਸਾਨੂੰ ਦਿੱਤਾ ਅਸੀਂ x1, ਫਿਰ x2, x3, x4 ਅਪ ਟੂ ਸੋ ਔਨ, ਇਸ ਤਰ੍ਹਾਂ ਅਸੀਂ ਵਰਤ ਗਏ। ਕਹਿੰਦਾ ਹੁਣ ਜਿਹੜੀਆਂ ਇਹਦੀਆਂ ਵੈਲਿਊਜ਼ ਨੇ ਬੱਚੇ, ਜੇ ਮੰਨ ਲਓ ਕੋਈ ਇਹਦੇ ਵਿੱਚ ਪੁਆਇੰਟ ਹੈ ਜਿਹਨੂੰ ਇਹ ਸਾਡੇ ਕੋਲ ਕਨਵਰਜ ਕਰ ਰਿਹਾ, ਤਾਂ ਇਹਦਾ ਮਤਲਬ ਕੀ ਹੋਏਗਾ, ਜਿਹੜੇ ਵੀ ਪੁਆਇੰਟਸ ਇਹਦੇ ਵਿੱਚ ਤੁਸੀਂ ਪੁੱਟ ਕਰੋਗੇ, ਉਹਨਾਂ ਸਾਰਿਆਂ ਦਾ ਆਨਸਰ ਉਸ ਪੁਆਇੰਟ ਦੀ ਨੇਬਰਹੁੱਡ ਦੇ ਵਿੱਚ ਜਾਣਾ ਚਾਹੀਦਾ, ਉਹਨੂੰ ਬੋਲਾਂਗੇ ਅਸੀਂ ਕਨਵਰਜੈਂਟ। ਦੁਬਾਰਾ ਦੇਖਦੇ ਹਾਂ ਬੱਚੇ, ਕਹਿੰਦੇ ਕਨਵਰਜੈਂਟ ਕੀ ਹੁੰਦੀ ਹੈ, ਸਿੱਧਾ ਜੇ ਐਗਜ਼ਾਮਪਲ ਦੇਈਏ ਬੱਚੇ, ਇੱਕ ਅਸੀਂ ਅਟਰੈਕਸ਼ਨ ਪੁਆਇੰਟ ਕਹਿ ਸਕਦੇ ਹਾਂ। ਅਟਰੈਕਸ਼ਨ ਪੁਆਇੰਟ ਵੀ ਕਿਵੇਂ, ਕੋਈ ਵੀ ਐਗਜ਼ਾਮਪਲ ਪ੍ਰੈਕਟੀਕਲ ਲਾਈਫ ਦੇ ਵਿੱਚੋਂ ਅਸੀਂ ਪਿਕ ਕਰ ਸਕਦੇ ਹਾਂ। ਜਿਵੇਂ ਮੰਨ ਲਓ ਕੋਈ ਫੰਕਸ਼ਨ ਸੀ ਬੱਚੇ, ਕਿਸੇ ਦਾ ਮੰਨ ਲਓ
ਕਿਸੇ ਦੇ ਕਾਲਜ ਦੇ ਵਿੱਚ, ਕਿਸੇ ਦੀ ਯੂਨੀਵਰਸਿਟੀ ਦੇ ਵਿੱਚ, ਜਾਂ ਫਿਰ ਕਿਸੇ ਦੇ ਘਰ ਦੇ ਵਿੱਚ ਕੋਈ ਫੰਕਸ਼ਨ ਸੀਗਾ, ਉਸ ਫੰਕਸ਼ਨ ਦੇ ਵਿੱਚ ਐਜ਼ ਆ ਚੀਫ ਗੈਸਟ ਜਾਂ ਫਿਰ ਐਜ਼ ਆ ਪਰਫੋਰਮਰ ਕੋਈ ਵੀ ਇਹੋ ਜਿਹੀ ਪਰਸਨੈਲਿਟੀ ਆਈ ਜਿਹਨੂੰ ਤੁਸੀਂ ਜਿਹੜੀ ਤੁਹਾਡੀ ਫੇਵਰੇਟ ਸੀਗੀ, ਮੰਨ ਲਓ ਤੁਹਾਡੀ ਇਹ ਪਰਸਨੈਲਿਟੀ ਆ। ਹੁਣ ਇਹ ਜ਼ਰੂਰੀ ਤਾਂ ਨਹੀਂ ਬੱਚੇ ਕਿ ਉਹ ਤੁਹਾਡੀ ਇਕੱਲਿਆਂ ਦੀ ਹੀ ਫੇਵਰੇਟ ਹੋਵੇ। ਬਹੁਤ ਜੇ ਉਹ ਇੱਕ ਪੋਪੂਲਰ ਪਰਸਨੈਲਿਟੀ ਆ ਤਾਂ ਸਾਰੇ ਉਹ ਤੋਂ ਹੀ ਅਟਰੈਕਟ ਹੋਣਗੇ, ਚਾਹਣਗੇ ਕਿ ਹਾਂਜੀ ਅਸੀਂ ਉਹਦੇ ਕੋਲ ਜਾਈਏ ਜਾਂ ਫਿਰ ਉਹਦੇ ਨਾਲ ਸੈਲਫੀ ਲਈਏ, ਜੋ ਵੀ ਐਕਟੀਵਿਟੀ ਉਹ ਕਰਨਾ ਚਾਹਣਗੇ। ਤਾਂ ਹੁਣ ਜਿਹੜੀ ਉਹ ਪਰਸਨੈਲਿਟੀ ਬੱਚੇ ਸਾਡੇ ਕੋਲ ਉਸ ਟਾਈਮ ਉਸ ਫੰਕਸ਼ਨ 'ਤੇ ਹੋਏਗੀ, ਉਹ ਬਾਕੀ ਸਾਰਿਆਂ ਨੂੰ ਕੀ ਕਰੇਗੀ, ਆਪਣੇ ਵੱਲ ਅਟਰੈਕਟ ਕਰੇਗੀ। ਸਾਰੇ ਉਹਦੇ ਵੱਲ ਨੂੰ ਭੱਜਣਗੇ ਕਿ ਹਾਂਜੀ ਸਾਰੇ ਸਾਨੂੰ ਵੀ ਮੌਕਾ ਮਿਲਣਾ ਚਾਹੀਦਾ ਇਹਦੇ ਨਾਲ ਸੈਲਫੀ ਕਰਾਉਣ ਦਾ, ਜਾਂ ਸਾਡੀ ਡਿਮਾਂਡ ਦੇ ਉੱਤੇ ਕੋਈ ਸੌਂਗ ਗਾ ਦੇਵੇ ਜਾਂ ਕੁਛ ਵੀ ਜੋ ਵੀ ਉਹਦੇ ਨਾਲ ਰਿਲੇਟਡ ਆ। ਇਸ ਦਾ ਮਤਲਬ ਸਾਰਾ ਫੰਕਸ਼ਨ ਬੱਚੇ ਕਿਹਦੇ ਵੱਲ ਨੂੰ ਆ ਰਿਹਾ, ਇਸ ਇੱਕ ਪੁਆਇੰਟ ਵੱਲ ਨੂੰ ਆ ਰਿਹਾ। ਅਤੇ ਇੱਥੇ ਇਸੇ ਤਰ੍ਹਾਂ ਸੀਕੁਐਂਸ ਦੀ ਕਨਵਰਜੈਂਟ ਆ ਜਿਹੜਾ ਪੁਆਇੰਟ ਆ ਬੱਚੇ ਤੇ ਕਨਵਰਜਿੰਗ ਪੁਆਇੰਟ ਹੋਵੇਗਾ ਜੋ ਵੀ ਪਰਸਨ ਆ ਉਹ। ਤਾਂ ਇਸੇ ਤਰ੍ਹਾਂ ਸੀਕੁਐਂਸ ਆ ਕਹਿੰਦਾ ਜੇਕਰ ਸੀਕੁਐਂਸ ਦੀਆਂ ਸਾਰੀਆਂ ਵੈਲਿਊਜ਼ ਜੋ ਵੀ ਸਾਡੇ ਕੋਲ ਵੈਲਿਊਜ਼ ਨੇ ਉਹ ਕਿਸੇ ਇੱਕ ਪਰਟੀਕੂਲਰ ਪੁਆਇੰਟ ਵੱਲ ਟੈਂਡ ਕਰ ਜਾਣ, ਮਤਲਬ ਕਿ ਉਹਦੀਆਂ ਸਾਰੀਆਂ ਵੈਲਿਊਜ਼ ਨੇੜੇ ਤੇੜੇ ਆਉਣ, ਕਿਸੇ ਦੇ ਪੁਆਇੰਟ ਦੇ ਕਿਸੇ ਇੱਕ ਪੁਆਇੰਟ ਦੇ ਨੇੜੇ ਤੇੜੇ ਹੀ ਆਈ ਜਾਣ, ਉਸ ਪੁਆਇੰਟ ਨੂੰ ਅਸੀਂ ਕੀ ਬੋਲਾਂਗੇ, ਉਹਦਾ ਕਨਵਰਜਿੰਗ ਪੁਆਇੰਟ ਬੋਲਾਂਗੇ। ਅਤੇ ਸੀਕੁਐਂਸ ਨੂੰ ਕੀ ਬੋਲਾਂਗੇ ਬੱਚੇ, ਕਨਵਰਜੈਂਟ ਸੀਕੁਐਂਸ। ਜਿਵੇਂ ਫੋਰ ਐਗਜ਼ਾਮਪਲ ਜਿਹੜਾ ਸਾਡਾ 1/n ਸੀਗਾ, 1/n, ਜਿਵੇਂ ਜਿਵੇਂ ਤੁਸੀਂ n ਨੂੰ ਇਨਕਰੀਜ਼ ਕਰੀ ਜਾਓਗੇ ਬੱਚੇ ਆਨਸਰ 0 ਦੇ ਨੇੜੇ ਹੋਰ ਹੋਈ ਜਾਂਦਾ। ਪਹਿਲਾਂ ਕੀ ਸੀਗਾ 0.5, ਫਿਰ ਕੀ ਸੀ 0.33, ਫਿਰ ਕੀ ਆ ਗਿਆ 0.25। ਇਸੇ ਤਰ੍ਹਾਂ ਜਦੋਂ ਜਿਵੇਂ ਜਿਵੇਂ ਅੱਗੇ ਕਰਦੇ ਜਾ ਰਹੇ ਹੋ ਅਤੇ ਸਾਡੇ ਕੋਲ ਵੈਲਿਊ ਜਿਹੜੀ ਉਹ ਛੋਟੀ ਹੁੰਦੀ ਜਾ ਰਹੀ ਹੈ ਅਤੇ ਛੋਟੀ ਹੁੰਦੀ ਜਾ ਰਹੀ ਹੈ, ਬਟ ਬੱਚੇ ਸਾਡੇ ਕੋਲ ਕਿਹਦੇ ਨੇੜੇ ਤੇੜੇ ਆ ਰਿਹਾ, ਕਿਸ ਨੇਬਰਹੁੱਡ ਦੇ ਵਿੱਚ ਆ ਰਹੀ ਹੈ, 0 ਦੀ ਨੇਬਰਹੁੱਡ 'ਚ ਆ ਰਹੀ ਹੈ ਤਾਂ ਸਾਡੇ ਕੋਲ 0 ਕੀ ਹੋਏਗਾ, ਇਹਦਾ ਕਨਵਰਜਿੰਗ ਪੁਆਇੰਟ ਹੋ ਜਾਏਗਾ। ਹੁਣ ਇਹ ਤਾਂ ਸੀਗਾ ਬੱਚੇ ਜਰਨਲ ਵੇ ਕਿ ਅਸੀਂ ਇਹਨੂੰ ਸਮਝ ਲਿਆ। ਕਨਵਰਜਿੰਗ ਕੀ ਹੁੰਦੀ ਹੈ ਕਿ ਕੋਈ ਵੀ ਜਿਹੜੀਆਂ ਵੀ ਫੰਕਸ਼ਨਸ ਦਾ ਐਲੀਮੈਂਟ ਪੁਆਇੰਟ ਹੁੰਦੇ ਵੀ ਜਿੱਥੇ ਜਾ ਕੇ ਉਹ ਸਾਰੇ ਹੀ ਕੀ ਕਰਦੇ ਨੇ, ਫੋਲ ਕਰਦੇ ਨੇ, ਜਾਂ ਜਿਹਦੇ ਇਸ ਆਲੇ ਦੁਆਲੇ ਸਾਰੇ ਹੀ ਪੁਆਇੰਟਸ ਕੀ ਕਰਦੇ ਨੇ, ਜਾ ਕੇ ਲਾਈ ਕਰਦੇ ਆ, ਉਹਨੂੰ ਕੀ ਬੋਲਾਂਗੇ ਅਸੀਂ, ਕਨਵਰਜੈਂਟ। ਹੁਣ ਦੇਖਦੇ ਬੱਚੇ ਦੀ ਆਫੀਸ਼ੀਅਲ ਮੈਥਮੈਟੀਕਲ ਡੈਫੀਨੇਸ਼ਨ ਕੀ ਆ, ਕਹਿੰਦੇ ਅ ਸੀਕੁਐਂਸ an is said to be convergent to a limit L if there exists epsilon greater than 0, however small there exists a positive number depending upon epsilon such that this condition is must be satisfied। ਕੀ ਕਹਿ ਰਿਹਾ ਬੱਚੇ, ਕਹਿੰਦਾ ਕੋਈ ਅਸੀਂ ਨੇ ਇੱਕ ਫੰਕਸ਼ਨ ਸੀਕੁਐਂਸ ਲਿਆ an, ਉਹੀ ਐਗਜ਼ਾਮਪਲ ਵਿੱਚ ਕਹਿੰਦਾ 1/n ਲਿਆ, ਇਹਨੂੰ ਅਸੀਂ ਕਨਵਰਜਿੰਗ ਬੋਲਾਂਗੇ, ਮਤਲਬ ਇਹਨੂੰ ਅਸੀਂ ਬੋਲਾਂਗੇ ਕਿ L ਪੁਆਇੰਟ ਨੂੰ ਕਨਵਰਜ ਕਰ ਰਿਹਾ। ਇਸਦਾ ਮਤਲਬ ਜਦੋਂ ਅਸੀਂ ਅਪਰੋਚ ਕੀਤਾ ਤਾਂ ਆਨਸਰ ਕਿੰਨਾ ਆਇਆ ਸੀਗਾ, L ਆਇਆ ਸੀ। ਇਹ ਚੀਜ਼ ਅਸੀਂ ਨੇ ਸੈਟ ਟੂ ਵੀ, ਇਹ ਸਾਨੂੰ ਕਹਿ ਰਿਹਾ ਹੈ ਕਨਵਰਜਨ ਦੀ ਡੈਫੀਨੇਸ਼ਨ, ਕਹਿੰਦੇ ਕਨਵਰਜ ਕਰ ਰਿਹਾ ਕਿਸੇ ਪੁਆਇੰਟ L ਨੂੰ। ਜਿਵੇਂ ਬੱਚੇ 1/n, ਚਲੋ ਅਗਲੇ ਸਟੈਪ 'ਚ ਦੱਸਦੇ 1/n ਕਿਹਨੂੰ ਕਨਵਰਜ ਕਰਦਾ, ਇਫ ਫॉर ਗਿਵਨ ਐਪਸਾਈਲਨ ਗ੍ਰੇਟਰ ਦੈਨ 0 ਹਾਊਐਵਰ ਸਮਾਲ ਦੇਅਰ ਐਗਜ਼ਿਸਟ ਅ ਪੋਜ਼ੀਟਿਵ ਇੰਟੀਜ਼ਰ m। ਹੁਣ ਜਿਹੜਾ ਬੱਚੇ ਸੀਕੁਐਂਸ ਆ, ਸੀਕੁਐਂਸ ਦੇ ਲਈ ਕਹਿੰਦਾ ਕੋਈ ਇੱਕ ਪੋਜ਼ੀਟਿਵ ਇੰਟੀਜ਼ਰ m ਐਗਜ਼ਿਸਟ ਕਰਦਾ ਹੋਊਗਾ ਡਿਪੈਂਡਿੰਗ ਅਪੋਨ ਐਪਸਾਈਲਨ, ਜਿਹਦੀ ਵੈਲਿਊ ਐਪਸਾਈਲਨ 'ਤੇ ਡਿਪੈਂਡ ਕਰਦੀ ਹੋਏਗੀ, ਉਹ ਕੰਡੀਸ਼ਨ ਨੂੰ ਸੈਟਿਸਫਾਈ ਕਰੇਗਾ an - l ਇਜ਼ ਲੈਸ ਦੈਨ ਐਪਸਾਈਲਨ ਜੋ ਵੀ। ਜਾਂ ਫਿਰ ਸੈਕਿੰਡ ਵੇ ਕੀ ਹੈ ਬੱਚੇ, ਕਹਿੰਦੇ ਜਾਂ ਤਾਂ ਸਿੱਧਾ ਹੀ ਲਿਮਿਟ ਭਰ ਕੇ ਦੇਖ ਲਓ ਫੰਕਸ਼ਨ 'ਚ, ਜੇਕਰ n ਭਰੇ ਅਤੇ ਅਪਰੋਚ ਕਰੇ ਅਤੇ ਇਨਫਿਨਿਟੀ ਨੂੰ ਆਨਸਰ ਜੋ ਵੀ ਕਾਂਸਟੈਂਟ ਆ ਰਿਹਾ ਉਹ ਕੀ ਹੋਏਗਾ, ਸਾਡੇ ਕੋਲ ਇੱਦਾਂ ਦਾ ਕਨਵਰਜਿੰਗ ਪੁਆਇੰਟ ਹੋਏਗਾ। ਹੁਣ ਦੇਖਦੇ ਹਾਂ ਬੱਚੇ ਇਹਦਾ ਮਤਲਬ ਕੀ ਆ ਕਿ ਦੇਅਰ ਐਗਜ਼ਿਸਟ ਅ ਪੋਜ਼ੀਟਿਵ ਇੰਟੀਜ਼ਰ ਡਿਪੈਂਡਿੰਗ ਅਪੋਨ m ਐਪਸਾਈਲਨ, ਕੀ ਮੀਨਿੰਗ ਕੀ ਹੈ ਇਹਦਾ, ਕੀ ਕਹਿਣਾ ਚਾਹੁੰਦੇ ਨੇ। ਦੇਖੋ ਕੋਈ ਸੀਕੁਐਂਸ ਆ an, ਕਹਿੰਦਾ ਕਿਸੇ ਪੁਆਇੰਟ L ਨੂੰ ਕਨਵਰਜ ਕਰੇਗਾ ਬੱਚੇ, ਕਦੋਂ, ਜਦੋਂ ਅਸੀਂ L ਦੇ ਨਾਲ, ਅਸੀਂ ਬੱਚੇ ਹੁਣੇ ਡੈਫੀਨੇਸ਼ਨ ਇਹ ਤੋਂ ਪਹਿਲਾਂ ਕੀ ਪੜ੍ਹਿਆ, ਕਹਿੰਦਾ ਕਨਵਰਜਿੰਗ ਪੁਆਇੰਟ ਉਹ ਹੁੰਦਾ ਜਿਹਦੀ ਨੇਬਰਹੁੱਡ ਦੇ ਵਿੱਚ ਹੀ ਸਾਰੀਆਂ ਸੀਕੁਐਂਸ ਦੀਆਂ ਵੈਲਿਊਜ਼ ਕੀ ਕਰੀ ਜਾਣ, ਲਾਈ ਕਰੀ ਜਾਣ। ਇਸ ਦਾ ਮਤਲਬ ਇੱਕ ਇਹੋ ਜਿਹਾ ਹੱਬ ਆ ਜਿਹਦੇ ਵਿੱਚ ਸਾਰੀਆਂ ਹੀ ਵੈਲਿਊਜ਼ ਕੀ ਹੋਈ ਜਾਣਗੀਆਂ, ਆ ਕੇ ਅਟਰੈਕਟ ਜਾਂ ਇਹ ਕਹਿ ਲਓ ਕੰਬਾਈਨ ਹੋਈ ਜਾਣੀ ਹੈ। ਤਾਂ ਹੁਣ ਇਹਦੇ ਲਈ ਅਸੀਂ ਕੀ ਕਹਿ ਰਹੇ ਹਾਂ, ਕਹਿੰਦਾ ਜੇ an l ਨੂੰ ਅਪਰੋਚ ਕਰ ਰਿਹਾ, ਇਸ ਦਾ ਮਤਲਬ ਜੇ an l ਦੀ ਜੋ ਵੀ ਇਹਦੀਆਂ ਵੈਲਿਊਜ਼ ਹੋਣਗੀਆਂ ਉਹ l ਦੀ ਨੇਬਰਹੁੱਡ 'ਚ ਨੇ। ਜੇ ਨੇਬਰਹੁੱਡ 'ਚ ਨੇ ਬੱਚੇ ਤਾਂ ਡਿਫਰੈਂਸ ਬਹੁਤ ਛੋਟਾ ਹੋਏਗਾ, ਕਿਉਂਕਿ ਅਸੀਂ ਜਿੰਨਾ ਛੋਟੇ ਤੋਂ ਛੋਟਾ ਡਿਫਰੈਂਸ ਲੈ ਕੇ ਚੱਲ ਸਕਦੇ ਉਨਾ ਛੋਟੇ ਤੋਂ ਛੋਟਾ ਡਿਫਰੈਂਸ ਅਸੀਂ ਨੇ ਲੈ ਕੇ ਚੱਲਣਾ। ਕਹਿੰਦਾ an - l। ਹੁਣ ਜੇ ਬੱਚੇ an - l ਆ, ਕਹਿੰਦਾ ਇਹਦੀ ਵੈਲਿਊ ਐਪਸਾਈਲਨ ਤੋਂ ਲੈਸ ਹੋਣੀ ਚਾਹੀਦੀ ਹੈ, ਮਤਲਬ ਜਿਹੜਾ ਤੁਸੀਂ ਇਹ ਚੂਜ਼ ਕੀਤਾ ਉਹਨੂੰ ਸੋਲਵ ਕੀਤਾ ਤਾਂ ਜੋ ਵੀ ਤੁਹਾਡੀ ਵੈਲਿਊ ਹੋਏਗੀ ਉਹ ਕਿਤੇ ਹੋਣੀ ਚਾਹੀਦੀ ਹੈ ਲੈਸ ਐਪਸਾਈਲਨ ਤੋਂ। ਅਤੇ ਐਪਸਾਈਲਨ ਇੱਥੇ ਕੀ ਆ ਬੱਚੇ, ਕਹਿੰਦਾ ਇਹ ਜਿਹੜੀ ਐਪਸਾਈਲਨ ਇੱਕ ਕੁਆਂਟਿਟੀ ਹੁੰਦੀ ਹੈ ਜਿਹਦੀ ਵੈਲਿਊ 0 ਤੋਂ ਲੈ ਕੇ 1 ਦੇ ਵਿੱਚ ਰਹਿੰਦੀ ਹੈ। ਇਹ ਸੀਗਾ ਕਹਿੰਦੇ 0 ਤੋਂ ਲੈ ਕੇ ਕਿਹਦੇ ਵਿੱਚ ਰਹਿੰਦੀ ਹੈ, ਸਾਡੇ ਕੋਲ 1। ਹੁਣ ਇਹ ਕੰਡੀਸ਼ਨ ਤਾਂ ਅਸੀਂ ਲਿਖ ਲਈ ਬੱਚੇ, ਕੀ ਕਿਹਾ ਕਿ ਕਹਿੰਦੇ ਕੋਈ ਵੀ ਸੀਕੁਐਂਸ 'ਚ ਵੈਲਿਊ ਭਰਾਂਗੇ ਉਸਦੀ L ਨਾਲ ਡਿਫਰੈਂਸ ਕੀਤਾ, ਉਹਦਾ ਡਿਫਰੈਂਸ ਬਹੁਤ ਛੋਟਾ ਹੋਣਾ ਚਾਹੀਦਾ, ਸਾਰੇ ਪੁਆਇੰਟਸ ਕਿਹਦੀ ਨੇਬਰਹੁੱਡ 'ਚ ਹੋਣ, L ਦੀ ਨੇਬਰਹੁੱਡ 'ਚ ਹੋਣ। ਇਹ ਚੀਜ਼ ਅਸੀਂ ਨੇ
लैके आनी। हुण अगे कंडीशन उन्हें की देती बच्चे, कहंदा ये तो चलो हैगा ही हैगा, फॉर ऑल n इज़ ग्रेटर दैन इक्वल टू m। हुण इत्थे m आ जिहड़ा उहदा मीनिंग क्या, कहंदे जे n दी वैल्यू साडे कोल m तो वड्डी होएगी उस टाइम ये की करेगा, कन्वर्ज करेगा जे कंडीशन सैटिस्फाई होंदियां ने। हुण बच्चे इहनूं किवें लभीए असीं कि किवें m असीं चूज़ करना, तां असीं एक एग्जाम्पल देखांगे बच्चे। साडे कोल एक सीक्वेंस दिता होया an इज़ इक्वल टू 1/n। अगे की करना बच्चे, कहते ये पहले वैल्यूज़ खोलियां कि किस तरह की वैल्यूज़ हो। आप एक जर्नल एक डेफिनेशन एग्जाम्पल समझ रहे हैं बच्चे, इसलिए इस n की वैल्यू 10 तक खोल लाँगे, इनफिनिटी तक नहीं, तां जो सानू क्लीयर हो जाए कि की करना चाहते हैं। तो बच्चे जो सीक्वेंस सी उन्होंने असी ने की करिया 10 तक वो ओपन कर ली। तो अगला स्टैप की किया, कहते बच्चे यदा असी एक लिमिट पॉइंट लै लेना अपने वालों। असी मान लिया कि 1/10 है जो सारिਆਂ ਦਾ लिमिट पॉइंट आ। इसका मतलब सारिया वैल्यूज़ जो भी निकलणगियां वो 10 की नेबरहुड च चलिया जाणगियां। जिवें हुण देखो जे ये नेबरहुड दे विच जाणियां ने तां हुण ये की हो गया, इनू लिमिट पॉइंट हो गया, इनू लिमिट पॉइंट मन्निया बच्चे। डेफिनेशन की कहती है, कहता SN माइनस L इज़ लैस दैन एप्सिलॉन। ये टर्म होनी चाहिए कि एक SN माइनस L करे तो आंसर लैस दैन की आ जाए, एप्सिलॉन आ जाए। हुण देखोगे बच्चे SN ये वैल्यूज़ इत्थे भरना स्टार्ट कर दिया। S10 लओगे तो सेम ही आ जाएगा, कट करके 0। S9 लओगे तो एक बारी वैल्यू आ जाएगी बच्चे। S8 लओगे, S7 लओगे, इस तरह सानू अलग अलग वैल्यूज़ ने जिहड़ियां मिली जाणगियां ते ये कंडीशन आ जिहड़ी वो सैटिस्फाई होई जाएगी। हुण जदों बच्चे कंडीशन सैटिस्फाई हुंदी जा रही है, फिर तुसीं कहोगे जी प्रॉब्लम कित्थे आ। हुण जदों बच्चे असीं ने एप्सिलॉन क्या, कहंदा एप्सिलॉन दे उत्ते डिपेंड करदा साडा m। पहला तो सानू एप्सिलॉन भी चूज़ करना पैना बच्चे। सिंपली वैसे 0 तो 1 हुंदा, जिथे स्पेस नहीं हुंदी उत्थे की लै लैने असीं, एप्सिलॉन लै लैने। हुण इत्थे की है, कहंदे बच्चे जिहड़ा एप्सिलॉन असीं किहनूं टेक कीता 1/3 नूं टेक कीता, साडा एप्सिलॉन। हुण जदों असीं कंडीशनस बच्चे बनाउण लगे कि an 9 माइनस 1/10 8 अप टू सो ऑन, एक टेबल जिहा बन गया कि ये साडे कोल सारियां वैल्यूज़ कितों लैस आ रही ने, एप्सिलॉन तो लैस। पर जदों तुसीं बच्चे A2 की वैल्यू सबस्टिट्यूट की देखोगे तो A2 की वैल्यू के टाइम ये कंडीशन सैटिस्फाई नहीं हो रही। क्यों नहीं हो रही? क्योंकि बच्चे असीं ने एप्सिलॉन नूं की लिया 1/3 ते 1/3 कदों मिले जदों n नूं असीं की पुट किया 3 पुट किया। बाकी सारिया वैल्यूज़ दे ये तो वड्डियां सीगियां तां साडे रिजल्ट आ गए। इसका मतलब बच्चे सानू कोई एक यह जी पर्टिकुलर वैल्यू मिल गई जी तो सारिया वड्डियां वैल्यूज़ दे लई ये कंडीशन की कर रही है, होल्ड कर रही है कि SN माइनस A इज़ लैस दैन एप्सिलॉन होएगा। क्योंकि बच्चे ये सानू m की वैल्यू ही चाहिए सी, m की मिल गया साडे कोल 2। इसका मतलब 2 तो सारिया ग्रेटर इक्वल वैल्यू के लिए SN माइनस A की हो जाएगा लैस दैन एप्सिलॉन होएगा। हुण बच्चे ये सी कन्वर्जन सीक्वेंस की डेफिनेशन। नैक्सट लैक्चर के असीं करांगे व्हाट इज़ अ डिवर्जन सीक्वेंस। थैंक यू फॉर वॉचिंग।